ਹੈਲੋ ਸਟੂਡੈਂਟਸ, ਅੱਜ ਤੁਹਾਡੇ CBT ਦੇ ਲੈਕਚਰ ਦੇ ਵਿੱਚ ਅਸੀਂ ਨੈਕਸਟ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ, ਜਿਹੜਾ ਟੌਪਿਕ ਹੈ ਟਰਾਂਸਮਿਸ਼ਨ ਸਿਸਟਮ। ਮਤਲਬ ਕਲੱਚ ਦਾ ਜਿਹੜਾ ਟੌਪਿਕ ਸੀਗਾ, ਕਲੱਚ ਜਿਹੜਾ ਚੈਪਟਰ ਸੀਗਾ ਉਹ ਖ਼ਤਮ ਹੋ ਗਿਆ। ਅੱਗੋਂ ਅਸੀਂ ਗੀਅਰ ਬਾਕਸ ਚੈਪਟਰ ਸਟਾਰਟ ਕਰਨਾ ਹੈ। ਬਟ ਗੀਅਰ ਬਾਕਸ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਅਸੀਂ ਟਰਾਂਸਮਿਸ਼ਨ ਕਿਹਨੂੰ ਕਹਿੰਦੇ ਹਾਂ। ਠੀਕ ਹੈ, ਟਰਾਂਸਮਿਸ਼ਨ ਕੀ ਚੀਜ਼ ਹੈ, ਅਸੀਂ ਟਰਾਂਸਮਿਸ਼ਨ ਕਿਹਨੂੰ ਕਹਿੰਦੇ ਹਾਂ, ਉਹਦੇ ਕੰਪੋਨੈਂਟਸ ਕਿਹੜੇ ਕਿਹੜੇ ਨੇ, ਉਹਦੀ ਲੋੜ ਕਿਉਂ ਪਈ ਟਰਾਂਸਮਿਸ਼ਨ ਦੀ। ਫਿਰ ਆਪਾਂ ਗੀਅਰ ਬਾਕਸ ਬਾਰੇ ਸਟੱਡੀ ਕਰਾਂਗੇ। ਟਰਾਂਸਮਿਸ਼ਨ ਇਨ ਕੰਟੈਕਸਟ ਆਫ ਆਟੋਮੋਬਾਈਲਸ ਮੀਨਸ ਦੀ ਟਰਾਂਸਫਰ ਆਫ ਪਾਵਰ ਫਰੋਮ ਕ੍ਰੈਂਕਸ਼ਾਫਟ ਟੂ ਰੋਡ ਵੀਲਸ। ਟਰਾਂਸਮਿਸ਼ਨ ਦਾ ਮਤਲਬ ਕੀ ਹੈ ਆਟੋਮੋਬਾਈਲ ਦੇ ਵਿੱਚ, ਬਈ ਪਾਵਰ ਨੂੰ ਟਰਾਂਸਫਰ ਕਰਨਾ ਕਿੱਥੋਂ ਲੈ ਕੇ ਕਿੱਥੇ ਤੱਕ, ਕਰੈਂਕਸ਼ਾਫਟ ਤੋਂ ਲੈ ਕੇ ਰੋਡ ਵੀਲਸ ਤੱਕ। ਜਿਹੜੀ ਇੰਜਨ ਦੇ ਵਿੱਚ ਪਾਵਰ ਪੈਦਾ ਹੋਈ ਉਹਨੂੰ ਅਸੀਂ ਟਾਇਰਾਂ ਤੱਕ ਪਹੁੰਚਾਉਣਾ ਹੈ। ਠੀਕ ਹੈ, ਟਾਇਰਾਂ ਤੱਕ ਪਹੁੰਚਾਉਣ ਦੇ ਲਈ ਜਿਹੜੀ ਜਿਹੜੀ ਚੀਜ਼ ਅਸੀਂ ਰਾਹ 'ਚ ਯੂਜ਼ ਕਰਾਂਗੇ ਉਹਨੂੰ ਅਸੀਂ ਟਰਾਂਸਮਿਸ਼ਨ ਕਹਿੰਦੇ ਹਾਂ। ਦਸ ਦੀ ਟਰਾਂਸਮਿਸ਼ਨ ਸਿਸਟਮ ਇਜ਼ ਦੀ ਮਕੈਨਿਜ਼ਮ ਵਿਚ ਟਰਾਂਸਮਿਟ ਪਾਵਰ ਫਰੋਮ ਕਰੈਂਕਸ਼ਾਫਟ ਆਫ ਇੰਜਨ ਟੂ ਦੀ ਰੋਡ ਵੀਲਸ। ਇਸ ਕਰਕੇ ਅਸੀਂ ਕੀ ਕਹਿ ਸਕਦੇ ਹਾਂ ਵੀ ਜਿਹੜਾ ਟਰਾਂਸਮਿਸ਼ਨ ਸਿਸਟਮ ਹੈ ਉਹ ਕੀ ਹੈ, ਇੱਕ ਮਕੈਨਿਜ਼ਮ ਹੈ ਜਿਹੜਾ ਕੀ ਕਰਦਾ, ਪਾਵਰ ਨੂੰ ਟਰਾਂਸਮਿਟ ਕਰਦਾ ਹੈ ਕਰੈਂਕਸ਼ਾਫਟ ਤੋਂ ਲੈ ਕੇ, ਇੰਜਨ ਦੀ ਕਰੈਂਕਸ਼ਾਫਟ ਤੋਂ ਲੈ ਕੇ ਰੋਡ ਵੀਲਸ ਤੱਕ। ਸੋ ਟਰਾਂਸਮਿਸ਼ਨ ਸਿਸਟਮ ਕੀ ਹੋ ਗਿਆ, ਇੰਜਨ ਦੀ ਪਾਵਰ ਨੂੰ ਆਪਾਂ ਵੀਲਸ ਤੱਕ ਪਹੁੰਚਾਉਣ ਦੇ ਲਈ ਜਿਹੜੀ ਜਿਹੜੀ ਚੀਜ਼ ਵੀ ਯੂਜ਼ ਕੀਤੀ ਉਹ ਟਰਾਂਸਮਿਸ਼ਨ ਦਾ ਪਾਰਟ ਬਣ ਗਈ। ਕੰਪੋਨੈਂਟਸ ਆਫ ਟਰਾਂਸਮਿਸ਼ਨ ਸਿਸਟਮ, ਵੀ ਜਿਹੜੇ ਟਰਾਂਸਮਿਸ਼ਨ ਸਿਸਟਮ ਨੇ ਉਹਦੇ ਕੰਪੋਨੈਂਟਸ ਕਿਹੜੇ ਕਿਹੜੇ ਨੇ, ਉਹਦੇ ਪਾਰਟਸ ਕਿਹੜੇ ਕਿਹੜੇ ਨੇ। ਨੰਬਰ 1 ਕਲੱਚ ਯੂਨਿਟ। ਕਲੱਚ ਨੂੰ ਅਸੀਂ ਟਰਾਂਸਮਿਸ਼ਨ ਦਾ ਪਹਿਲਾ ਪਾਰਟ ਕਹਿੰਦੇ ਹਾਂ। ਨੰਬਰ 2 ਟਰਾਂਸਮਿਸ਼ਨ ਜਾਂ ਫਿਰ ਗੀਅਰ ਬਾਕਸ। ਦੂਜੇ ਨੰਬਰ 'ਤੇ ਆ ਗਿਆ ਜੀ ਗੀਅਰ ਬਾਕਸ। ਤੀਜੇ ਨੰਬਰ 'ਤੇ ਆ ਗਿਆ ਜੀ ਟਰਾਂਸਫਰ ਕੇਸ। ਟਰਾਂਸਫਰ ਕੇਸ ਜਿਹੜਾ ਉਹ ਅਸੀਂ ਸਿਰਫ 4x4 ਗੱਡੀਆਂ 'ਚ ਯੂਜ਼ ਕਰਦੇ ਹਾਂ। ਦੈਨ ਆ ਗਿਆ ਯੂਨੀਵਰਸਲ ਜੁਆਇੰਟ। ਅਸੀਂ ਇਕੱਲੇ ਬਾਰੇ ਅੱਗੇ ਡਿਟੇਲ 'ਚ ਸਟੱਡੀ ਕਰਾਂਗੇ ਵੀ ਇਕੱਲੀ ਚੀਜ਼ ਕਾਹਦੇ ਕੰਮ ਆਉਂਦੀ ਹੈ। ਫਿਰ ਆ ਗਿਆ ਯੂਨੀਵਰਸਲ ਜੁਆਇੰਟ ਚੌਥੇ ਨੰਬਰ 'ਤੇ। ਪੰਜਵੇਂ ਨੰਬਰ 'ਤੇ ਆ ਗਿਆ ਪ੍ਰੋਪੈਲਰ ਸ਼ਾਫਟ। ਛੇਵੇਂ ਨੰਬਰ 'ਤੇ ਆ ਗਿਆ ਡਿਫਰੈਂਸ਼ੀਅਲ। ਸੱਤਵੇਂ ਨੰਬਰ 'ਤੇ ਆ ਗਿਆ ਡਰਾਈਵ ਐਕਸਲ। ਅੱਠਵੇਂ ਨੰਬਰ 'ਤੇ ਆ ਗਿਆ ਡਰਾਈਵਿੰਗ ਵੀਲਸ ਅਤੇ ਨੌਵੇਂ ਨੰਬਰ 'ਤੇ ਆ ਗਿਆ ਟਾਇਰ। ਇਹ ਜਿਹੜੇ ਕੰਪੋਨੈਂਟਸ ਨੇ ਸਾਰੇ ਜਿਹੜੇ ਆਪਾਂ ਡਿਸਕਸ ਕੀਤੇ, ਇਹ ਟਰਾਂਸਮਿਸ਼ਨ ਸਿਸਟਮ ਦੇ ਕੰਪੋਨੈਂਟਸ ਨੇ, ਜਿਹਦੇ 'ਚ ਕੀ ਆ ਗਿਆ, ਕਲੱਚ, ਗੀਅਰ ਬਾਕਸ, ਟਰਾਂਸਫਰ ਕੇਸ, ਯੂਨੀਵਰਸਲ ਜੁਆਇੰਟ, ਪ੍ਰੋਪੈਲਰ ਸ਼ਾਫਟ, ਡਿਫਰੈਂਸ਼ੀਅਲ ਯੂਨਿਟ, ਡਰਾਈਵ ਐਕਸਲ, ਡਰਾਈਵਿੰਗ ਵੀਲਸ ਅਤੇ ਨਾਲ ਆ ਗਏ ਟਾਇਰਸ। ਉਹਨਾਂ ਨੇ ਪਾਵਰ ਫਲੋ ਦਿਖਾਇਆ ਹੈ ਵੀ ਪਾਵਰ ਫਲੋ ਕਿੱਦਾਂ ਹੁੰਦਾ ਹੈ ਰੀਅਰ ਵੀਲ ਦੇ ਵਿੱਚ। ਜਿਹੜੀ ਰੀਅਰ ਵੀਲ ਡਰਾਈਵ ਹੈ ਉਹਦੇ 'ਚ ਪਾਵਰ ਕਿੱਦਾਂ ਫਲੋ ਕਰਦੀ ਹੈ, ਅਤੇ ਜਿਹੜੀ 4x4 ਡਰਾਈਵ ਹੈ ਉਹਦੇ 'ਚ ਕਿੱਦਾਂ ਪਾਵਰ ਫਲੋ ਕਰਦੀ ਹੈ। ਸਭ ਤੋਂ ਪਹਿਲੇ ਇੰਜਨ ਨੇ ਪਾਵਰ ਪੈਦਾ ਕੀਤੀ। ਉਹ ਇੰਜਨ ਤੋਂ ਪਾਵਰ ਨਿਕਲ ਕੇ ਆਈ ਕਲੱਚ ਦੇ ਵਿੱਚ। ਕਲੱਚ ਨੇ ਪਾਵਰ ਅੱਗੇ ਭੇਜੀ ਗੀਅਰ ਬਾਕਸ ਨੂੰ। ਗੀਅਰ ਬਾਕਸ ਨੇ ਪਾਵਰ ਦਿੱਤੀ ਯੂਨੀਵਰਸਲ ਜੁਆਇੰਟਸ ਨੂੰ। ਯੂਨੀਵਰਸਲ ਜੁਆਇੰਟ ਤੋਂ ਪਾਵਰ ਨਿਕਲ ਕੇ ਪ੍ਰੋਪੈਲਰ ਸ਼ਾਫਟ 'ਚ ਆਈ। ਪ੍ਰੋਪੈਲਰ ਸ਼ਾਫਟ ਤੋਂ ਪਾਵਰ ਨਿਕਲ ਕੇ ਡਿਫਰੈਂਸ਼ੀਅਲ 'ਚ ਗਈ। ਡਿਫਰੈਂਸ਼ੀਅਲ ਦੇ ਨਾਲ ਲੱਗੇ ਸੀਗੇ ਡਰਾਈਵ ਐਕਸਲ। ਉਹਨਾਂ ਡਰਾਈਵ ਐਕਸਲ ਨੇ ਕੀ ਕੀਤਾ, ਪਾਵਰ ਟਰਾਂਸਮਿਟ ਕਰਤੀ ਵੀਲਸ ਨੂੰ, ਰੀਅਰ ਵੀਲਸ ਨੂੰ, ਅਤੇ ਵੀਲਸ ਨੇ ਪਾਵਰ ਦੇ ਦਿੱਤੀ ਟਾਇਰਸ ਨੂੰ। ਜਦੋਂ ਟਾਇਰਸ ਨੂੰ ਪਾਵਰ ਦਿੱਤੀ ਅਤੇ ਵਹੀਕਲ ਸਾਡਾ ਮੂਵ ਕਰ ਗਿਆ। ਇਹ ਪੂਰਾ ਇੱਕ ਪਾਵਰ ਫਲੋ ਡਾਇਗਰਾਮ ਬਣ ਗਿਆ ਵੀ ਪਾਵਰ ਕਿੱਦਾਂ ਫਲੋ ਕਰਦੀ ਹੈ ਰੀਅਰ ਵੀਲ ਡਰਾਈਵ ਦੇ ਵਿੱਚ। ਇੱਦਾਂ ਹੀ ਹੁਣ ਆਪਾਂ ਗੱਲ ਕਰਦੇ ਹਾਂ 4x4 ਵਹੀਕਲ ਦੀ, 4 ਵੀਲ ਡਰਾਈਵ। 4 ਵੀਲ ਡਰਾਈਵ ਦੇ ਵਿੱਚ ਕੀ ਹੋਏਗਾ ਵੀ ਇੰਜਨ ਨੇ ਪਾਵਰ ਪੈਦਾ ਕੀਤੀ। ਇਹ ਦੇਖੋ, ਇੰਜਨ ਨੇ ਪਾਵਰ ਪੈਦਾ ਕੀਤੀ। ਇੰਜਨ ਨੇ ਪਾਵਰ ਪੈਦਾ ਕਰਕੇ ਕਲੱਚ ਨੂੰ ਦਿੱਤੀ। ਕਲੱਚ ਨੇ ਪਾਵਰ ਅੱਗੇ ਗੀਅਰ ਬਾਕਸ ਨੂੰ ਦਿੱਤੀ। ਗੀਅਰ ਬਾਕਸ ਤੋਂ ਬਾਅਦ ਨਾ ਪਾਵਰ ਗਈ ਟਰਾਂਸਫਰ ਕੇਸ ਦੇ ਵਿੱਚ। ਟਰਾਂਸਫਰ ਕੇਸ ਨੇ ਕੀ ਕੀਤਾ, ਅੱਗੇ ਕੀ ਸੀਗਾ, ਗੀਅਰ ਬਾਕਸ ਤੋਂ ਪਾਵਰ ਯੂਨੀਵਰਸਲ ਜੁਆਇੰਟ 'ਚ ਜਾਂਦੀ ਸੀਗੀ, ਪ੍ਰੋਪੈਲਰ 'ਚ ਜਾਂਦੀ ਸੀਗੀ, ਡਿਫਰੈਂਸ਼ੀਅਲ 'ਚ ਜਾਂਦੀ ਸੀਗੀ, ਐਕਸਲ 'ਚ ਜਾਂਦੀ ਸੀਗੀ, ਫਿਰ ਵੀਲ ਵਾਲੇ ਪਾਸੇ ਚਲੀ ਜਾਂਦੀ ਸੀਗੀ। ਟਰਾਂਸਫਰ ਕੇਸ ਨੇ ਕੀ ਕੀਤਾ, ਗੀਅਰ ਬਾਕਸ ਤੋਂ ਪਾਵਰ ਲੈ ਕੇ ਉਹਨੂੰ ਦੋ ਪਾਸੇ ਡਿਸਟਰੀਬਿਊਟ ਕੀਤਾ, ਅਗਲੇ ਪਾਸੇ ਅਲੱਗ ਅਤੇ ਪਿਛਲੇ ਪਾਸੇ ਅਲੱਗ। ਜਿਹੜੀ ਪਿਛਲੇ ਪਾਸੇ ਪਾਵਰ ਗਈ ਉਹ ਗਈ ਯੂਨੀਵਰਸਲ ਜੁਆਇੰਟ 'ਚ। ਯੂਨੀਵਰਸਲ ਜੁਆਇੰਟ ਤੋਂ ਬਾਅਦ ਪ੍ਰੋਪੈਲਰ ਸ਼ਾਫਟ, ਪ੍ਰੋਪੈਲਰ ਸ਼ਾਫਟ ਤੋਂ ਬਾਅਦ ਡਿਫਰੈਂਸ਼ੀਅਲ, ਡਿਫਰੈਂਸ਼ੀਅਲ ਤੋਂ ਬਾਅਦ ਡਰਾਈਵ ਐਕਸਲ, ਡਰਾਈਵ ਐਕਸਲ ਤੋਂ ਬਾਅਦ ਰੀਅਰ ਵੀਲਸ। ਇੱਦਾਂ ਹੀ ਪਾਵਰ ਅੱਗੇ ਵੱਲ ਵੀ ਗਈ, ਅੱਗੇ ਵੀ ਯੂਨੀਵਰਸਲ ਜੁਆਇੰਟ, ਅੱਗੇ ਵੀ ਪ੍ਰੋਪੈਲਰ ਸ਼ਾਫਟ, ਅੱਗੇ ਵੀ ਡਿਫਰੈਂਸ਼ੀਅਲ ਅਤੇ ਅੱਗੇ ਵੀ ਡਰਾਈਵ ਐਕਸਲ, ਅਤੇ ਅੱਗੇ ਵੀ ਇੱਦਾਂ ਹੀ ਫਰੰਟ ਵੀਲ। 4x4 ਗੱਡੀ ਦੇ ਵਿੱਚ ਕੁਛ ਇਸ ਤਰ੍ਹਾਂ ਦਾ ਸਿਸਟਮ ਅਸੀਂ ਯੂਜ਼ ਕਰਦੇ ਹਾਂ। ਮਤਲਬ ਉਹਦੇ 'ਚ ਇੱਕ ਅਲੱਗ ਚੀਜ਼, ਐਕਸਟਰਾ ਚੀਜ਼ ਯੂਜ਼ ਕਰਦੇ ਹਾਂ ਜਿਹਨੂੰ ਅਸੀਂ ਟਰਾਂਸਫਰ ਕੇਸ ਕਹਿੰਦੇ ਹਾਂ।
ਸੋ ਨੈਕਸਟ ਉਹ ਕੀ ਕਹਿੰਦੇ ਨੇ, ਰਿਕੁਆਇਰਮੈਂਟਸ ਆਫ ਏ ਟਰਾਂਸਮਿਸ਼ਨ ਸਿਸਟਮ। ਵੀ ਟਰਾਂਸਮਿਸ਼ਨ ਸਿਸਟਮ ਦੀ ਜਿਹੜੇ ਆਪਾਂ 9 ਪਾਰਟ ਪੜ੍ਹੇ, ਉਹਨਾਂ ਦੀ ਸਾਨੂੰ ਲੋੜ ਕਿਉਂ ਪਈ, ਕਿਉਂ ਜ਼ਰੂਰਤ ਪਈ, ਕੀ ਰਿਕੁਆਇਰਮੈਂਟ ਕੀ ਸਾਡੀ ਉਹਨਾਂ ਤੋਂ, ਠੀਕ ਹੈ, ਅਸੀਂ ਚਾਹੁੰਦੇ ਕੀ ਹਾਂ ਉਹਨਾਂ ਤੋਂ। ਨੰਬਰ 1 ਸਭ ਤੋਂ ਪਹਿਲੇ ਉਹ ਗੱਲ ਕਰਦੇ ਜੀ ਕਲੱਚ ਦੀ। ਕਲੱਚ ਦੇ ਵਿੱਚ ਉਹ ਕੀ ਕਹਿੰਦੇ ਨੇ, ਦੇਅਰ ਸ਼ੁੱਡ ਬੀ ਏ ਮਕੈਨਿਜ਼ਮ ਟੂ ਕਨੈਕਟ ਔਰ ਡਿਸਕਨੈਕਟ ਦੀ ਇੰਜਨ ਪਾਵਰ ਟੂ ਦੀ ਟਰਾਂਸਮਿਸ਼ਨ ਸਿਸਟਮ। ਕਹਿੰਦੇ ਸਾਨੂੰ ਨਾ ਕੋਈ ਇੱਦਾਂ ਦਾ ਮਕੈਨਿਜ਼ਮ ਚਾਹੀਦਾ ਸੀਗਾ ਜਿਹੜਾ ਇੰਜਨ ਦੀ ਪਾਵਰ ਨੂੰ ਟਰਾਂਸਮਿਸ਼ਨ ਦੇ ਨਾਲ ਕਨੈਕਟ ਵੀ ਕਰ ਸਕੇ ਅਤੇ ਡਿਸਕਨੈਕਟ ਵੀ ਕਰ ਸਕੇ। ਮਤਲਬ ਗੇਅਰ ਬਾਕਸ ਵਗੈਰਾ ਜਿਹੜੇ ਲੱਗੇ ਨੇ, ਇੰਜਨ ਤੋਂ ਬਾਅਦ ਜਿੰਨੇ ਵੀ ਕੰਪੋਨੈਂਟਸ ਲੱਗੇ ਨੇ, ਜਿਹੜੇ ਟਾਇਰ ਹੋ ਗਏ, ਡਿਫਰੈਂਸ਼ੀਅਲ ਹੋ ਗਿਆ, ਪ੍ਰੋਪੈਲਰ ਹੋ ਗਈ, ਗੇਅਰ ਬਾਕਸ ਹੋ ਗਿਆ, ਉਹ ਕਹਿੰਦੇ ਆਪਾਂ ਨੂੰ ਨਾ ਕੋਈ ਇੱਦਾਂ ਦੀ ਚੀਜ਼ ਚਾਹੀਦੀ ਸੀਗੀ ਜਿਹੜੀ ਇੰਜਨ ਦੀ ਪਾਵਰ ਨੂੰ ਨਾ ਅੱਗੇ ਜਾਣ ਤੋਂ ਜਦੋਂ ਮਰਜ਼ੀ ਰੋਕ ਸਕੇ ਅਤੇ ਜਦੋਂ ਮਰਜ਼ੀ ਅੱਗੇ ਭੇਜ ਸਕੇ। ਉਹਦੇ ਵਾਸਤੇ ਆਪਾਂ ਜਿਹੜੀ ਚੀਜ਼ ਯੂਜ਼ ਕੀਤੀ ਉਹਨੂੰ ਅਸੀਂ ਯੂਜ਼ ਕੀਤਾ ਕਲੱਚ। ਦੇਅਰ ਆਰ 2 ਰੀਜ਼ਨਸ ਫॉर ਦਿਸ। ਇਹਦੇ ਪਾਵਰ ਦੇ ਕਨੈਕਟ ਹੋਣ ਦੇ ਅਤੇ ਡਿਸਕਨੈਕਟ ਕਰਨ ਦੇ 2 ਕਾਰਨ ਸੀਗੇ। ਪਹਿਲਾ ਕਾਰਨ ਕੀ ਸੀਗਾ ਵੀ ਇੰਜਨ ਜਿਹੜਾ ਹੈ ਨਾ, ਫਸਟਲੀ ਇੰਜਨ ਹੈਜ਼ ਟੂ ਰਨ ਫਰੀਲੀ ਟੂ ਡਿਵੈਲਪ ਹਾਈ ਸਟਾਰਟਿੰਗ ਟਾਰਕ। ਵੀ ਇੱਕ ਆਪਾਂ ਇੰਜਨ ਨੂੰ ਜਦੋਂ ਸਟਾਰਟ ਕਰੀਏ ਉਦੋਂ ਪਹਿਲੇ ਇੰਜਨ ਸਟਾਰਟ ਹੋਵੇ, ਆਪਣੀ ਟਾਰਕ ਪੈਦਾ ਕਰੇ, ਫਿਰ ਪਾਵਰ ਅੱਗੇ ਟਰਾਂਸਮਿਟ ਕਰੇ। ਇਹ ਨਹੀਂ ਵੀ ਆਪਾਂ ਇੰਜਨ ਸਟਾਰਟ ਕਰੀਏ ਨਾਲੇ ਗੀਅਰ ਪਾ ਕੇ ਗੱਡੀ ਤੋੜ ਦਈਏ, ਐਦਾਂ ਨਹੀਂ। ਪਹਿਲੇ ਇੰਜਨ ਸਟਾਰਟ ਹੋਏ, ਉਹ ਆਪਣੀ ਪਾਵਰ ਪੈਦਾ ਕਰੇ, ਫਿਰ ਪਾਵਰ ਅੱਗੇ ਟਰਾਂਸਮਿਟ ਹੋਏ। ਸੈਕਿੰਡਲੀ ਡਿਸਐਂਗੇਜਮੈਂਟ ਆਫ ਇੰਜਨ ਪਾਵਰ ਵਿਦ ਦੀ ਟਰਾਂਸਮਿਸ਼ਨ ਇਜ਼ ਨੀਡਿਡ ਵਾਈਲ ਚੇਂਜਿੰਗ ਗੀਅਰਸ। ਹੁਣ ਆਪਾਂ ਜਦੋਂ ਗੀਅਰ ਚੇਂਜ ਕਰਨੇ ਨੇ ਉਦੋਂ ਵੀ ਸਾਨੂੰ ਪਾਵਰ ਨੂੰ ਡਿਸਕਨੈਕਟ ਕਰਨਾ ਪੈਣਾ। ਪਾਵਰ ਨੂੰ ਡਿਸਕਨੈਕਟ ਕੀਤੇ ਬਿਨਾਂ ਆਪਾਂ ਗੀਅਰ ਚੇਂਜ ਨਹੀਂ ਕਰ ਸਕਦੇ। ਇਟ ਇਜ਼ ਡਨ ਵਿਦ ਦੀ ਹੈਲਪ ਆਫ ਕਲੱਚ। ਇਹ ਜਿਹੜਾ ਸਾਰਾ ਕੰਮ ਹੋਇਆ ਇਹ ਕਿਹਦੀ ਮਦਦ ਦੇ ਨਾਲ ਹੋਇਆ, ਕਲੱਚ ਦੀ ਮਦਦ ਦੇ ਨਾਲ। ਵੀ ਆਪਾਂ ਜਿਹੜਾ ਪਹਿਲਾ ਗੀਅਰ ਵੀ ਪਾਉਂਦੇ ਹਾਂ ਉਹ ਵੀ ਕਲੱਚ ਦੀ ਮਦਦ ਦੇ ਨਾਲ ਪਾਉਂਦੇ ਹਾਂ। ਅੱਗੋਂ ਜਿੰਨੇ ਵੀ ਅਸੀਂ ਗੀਅਰ ਪਾਉਂਦੇ ਹਾਂ ਸਾਰੇ ਕਲੱਚ ਪ੍ਰੈਸ ਕਰਕੇ ਫਿਰ ਪਾਉਂਦੇ ਹਾਂ। ਬ੍ਰੇਕ ਮਾਰਨੀ ਹੈ ਉਹ ਵੀ ਕਲੱਚ ਪ੍ਰੈਸ ਕਰਕੇ ਵੱਜਣੀ ਹੈ। ਗੱਡੀ ਨੂੰ ਸਟਾਰਟ ਕਰਨਾ ਹੈ, ਚਲਾਉਣਾ ਹੈ, ਉਹ ਵੀ ਕਲੱਚ ਪ੍ਰੈਸ ਕਰਕੇ ਚਲਾਉਣਾ ਹੈ। ਜੋ ਮਤਲਬ ਸਾਰਾ ਜਿਹੜਾ ਮਕੈਨਿਜ਼ਮ ਸੀਗਾ ਕਲੱਚ ਦਾ, ਉਹ ਕੀ ਸੀਗਾ, ਇੰਜਨ ਦੀ ਪਾਵਰ ਨੂੰ ਕਨੈਕਟ ਕਰਨਾ ਅਤੇ ਡਿਸਕਨੈਕਟ ਕਰਨਾ। ਕਾਹਦੇ ਨਾਲ, ਜਿਹੜੇ ਟਰਾਂਸਮਿਸ਼ਨ ਦੇ ਜਿੰਨੇ ਵੀ ਸਿਸਟਮ ਨੇ, ਜਿੰਨੇ ਵੀ ਪਾਰਟਸ ਨੇ, ਉਹਨਾਂ ਨਾਲ। ਦੂਜੇ ਨੰਬਰ 'ਤੇ ਆ ਗਿਆ ਦੀ ਇੰਜਨਸ ਰਨ ਐਟ ਹਾਈ ਸਪੀਡ ਸੋ ਰਿਡਕਸ਼ਨ ਇਨ ਸਪੀਡ ਇਜ਼ ਰਿਕਵਾਇਰਡ। Also variation of speed is required as per the road conditions, so there should be a mechanism to reduce and vary speeds. It is done with the help of gearbox. ਅਸੀਂ ਜਦੋਂ ਇੰਜਨ ਨੂੰ ਸਟਾਰਟ ਕਰਦੇ ਹਾਂ, ਇੰਜਨ ਮੰਨ ਲਓ 800 ਜਾਂ 1000 RPM 'ਤੇ ਚੱਲਦਾ। ਅਸੀਂ ਜਸਟ ਜਦੋਂ ਇੰਜਨ ਨੂੰ ਆਈਡਲਿੰਗ 'ਤੇ ਛੱਡਦੇ ਹਾਂ ਉਦੋਂ ਇੰਜਨ 800 ਜਾਂ 1000 RPM 'ਤੇ ਚੱਲਦਾ ਹੈ। ਅਸੀਂ ਜਦੋਂ ਪਹਿਲਾ ਗੀਅਰ ਪਾਉਂਦੇ ਹਾਂ ਗੱਡੀ ਸਾਡੀ ਦੀ ਸਪੀਡ 10, 15, 20 ਇਹਦੇ ਲਾਗੇ ਤੱਕ ਹੀ ਰਹਿੰਦੀ ਹੈ। ਉਹ ਜਦੋਂ 10, 15, 20 ਦੀ ਸਪੀਡ ਹੁੰਦੀ ਗੱਡੀ ਦੀ, ਉਦੋਂ ਇੰਜਨ ਦੇ RPM ਜ਼ਿਆਦਾ ਹੁੰਦੇ ਨੇ ਅਤੇ ਸਾਡੀ ਗੱਡੀ ਦੇ ਟਾਇਰਾਂ ਦੇ RPM ਘੱਟ ਹੁੰਦੇ ਨੇ। ਮਤਲਬ ਗੱਡੀ ਦੇ ਜਿਹੜੇ ਇੰਜਨ ਦੇ RPM ਸੀਗੇ ਉਹ ਹਜ਼ਾਰਾਂ 'ਚ ਸੀਗੇ, ਆਪਣੇ ਟਾਇਰ ਦੇ RPM ਜਿਹੜੇ ਸੀਗੇ ਉਹ 200, 300, 400, 500 ਇੰਨੇ ਕੁ ਸੀਗੇ। ਠੀਕ ਹੈ, ਮਤਲਬ ਸਾਨੂੰ ਕੀ ਕਰਨਾ ਪਿਆ, ਸਾਨੂੰ ਜਿਹੜੇ ਇੰਜਨ ਦੇ RPM ਸੀਗੇ ਨਾ ਉਹਨੂੰ ਘਟਾਉਣਾ ਪਿਆ, ਉਹਨੂੰ ਘਟਾ ਕੇ ਟਾਇਰਾਂ ਨੂੰ ਦੇਣਾ ਪਿਆ। ਠੀਕ ਹੈ, ਉਸ ਤੋਂ ਬਾਅਦ ਆਪਾਂ ਗੱਡੀ 'ਚ ਜਦੋਂ ਦੂਜਾ ਗੇਅਰ ਪਾਤਾ, ਤੀਜਾ, ਚੌਥਾ, ਪੰਜਵਾਂ ਗੇਅਰ ਪਾਤਾ, ਉਦੋਂ ਕੀ ਹੋਇਆ, ਉਦੋਂ RPM ਸਾਨੂੰ ਵਧਾਉਣੇ ਪਏ ਟਾਇਰ ਦੇ। ਇੰਜਨ ਦੇ RPM ਘੱਟ ਗਏ ਅਤੇ ਆਪਾਂ ਟਾਇਰ ਦੇ RPM ਵਧਾ ਦਿੱਤੇ। ਜਾਂ ਕਈ ਵਾਰ ਰੋਡ ਇੱਕਦਮ ਖਰਾਬ ਆ ਗਈ, ਮੰਨ ਲਓ ਇੱਕ ਆਪਾਂ ਜਾਂਦੇ ਪਏ ਸੀਗੇ, ਇੱਕਦਮ ਰੋਡ ਖਰਾਬ ਆ ਗਈ, ਅਸੀਂ ਕੀ ਕੀਤਾ, ਇੱਕਦਮ ਬ੍ਰੇਕ ਲਗਾਈ, ਬ੍ਰੇਕ ਲਗਾ ਕੇ ਟਾਇਰ ਦੇ RPM ਘਟਾ ਦਿੱਤੇ। ਠੀਕ ਹੈ, ਇੰਜਨ ਦੇ RPM ਵੀ ਘਟਾ ਦਿੱਤੇ। ਉਹ ਇਹ ਜਿਹੜੇ RPM ਵੱਧਦੇ ਨੇ, RPM ਘਟਦੇ ਨੇ, ਅਸੀਂ ਸਪੀਡ ਨੂੰ ਵਧਾਉਂਦੇ ਹਾਂ, ਸਪੀਡ ਨੂੰ ਘਟਾਉਂਦੇ ਹਾਂ, ਇਹ ਜਿਹੜਾ ਸਾਰਾ ਕੰਟਰੋਲ ਹੈ ਨਾ, ਇਹ ਕਿਹਦੇ ਕੋਲ ਹੈ, ਗੀਅਰ ਬਾਕਸ ਦੇ ਕੋਲ। ਇਹ ਸਾਰੇ ਦਾ ਸਾਰਾ ਕੰਟਰੋਲ ਹੈ ਗੀਅਰ ਬਾਕਸ ਦੇ ਕੋਲ। ਮਤਲਬ ਗੀਅਰ ਬਾਕਸ ਕੀ ਕਰਦਾ ਹੈ, ਇੰਜਨ ਦੀ ਸਪੀਡ ਨੂੰ ਕਿੱਦਾਂ ਘਟਾਉਣਾ ਹੈ ਜਾਂ ਵਧਾਉਣਾ ਹੈ, ਉਹ ਸਾਰਾ ਜਿਹੜਾ ਕੰਟਰੋਲ ਹੈ ਉਹ ਗੀਅਰ ਬਾਕਸ ਦੇ ਕੋਲ ਹੈ। ਮਤਲਬ ਜਿਹੜੀ ਸਪੀਡ ਦੀ ਵੇਰੀਏਸ਼ਨ ਕਰਨੀ ਨਾ ਵਹੀਕਲ ਦੀ, ਉਹ ਗੀਅਰ ਨੇ ਕਰਨੀ ਹੈ। ਆਪਾਂ ਵੀ ਜਦੋਂ ਬਾਈਕ 'ਤੇ ਹੀ ਮੰਨ ਲਓ ਜਾਂਦੇ ਹਾਂ, ਪਹਿਲਾ ਗੀਅਰ ਪਾਉਂਦੇ ਹਾਂ 10 ਦੀ ਸਪੀਡ 'ਤੇ, ਦੂਜਾ ਗੀਅਰ ਪਾਉਂਦੇ ਹਾਂ 30 ਦੀ ਸਪੀਡ 'ਤੇ ਬਾਈਕ ਹੋ ਜਾਂਦੀ ਹੈ, ਤੀਜਾ ਗੀਅਰ ਪਾ ਲੈਂਦੇ ਹਾਂ 40-50 'ਤੇ ਬਾਈਕ ਪਹੁੰਚ ਜਾਂਦੀ ਹੈ, ਚੌਥਾ ਗੀਅਰ ਪਾ ਲੈਂਦੇ ਹਾਂ 60-70 'ਤੇ ਪਹੁੰਚ ਜਾਂਦੀ ਹੈ। ਠੀਕ ਹੈ, ਪੰਜਵਾਂ ਗੀਅਰ ਜੇ ਬਾਈਕ 'ਚ ਹੋਏਗਾ, ਕਈਆਂ ਬਾਈਕ 'ਚ ਪੰਜਵਾਂ ਗੀਅਰ ਆਉਂਦਾ, ਉਹ 90-100 'ਤੇ ਵੀ ਬਾਈਕ ਨੂੰ ਪਹੁੰਚਾ ਦਿੰਦਾ। ਸੋ ਗੀਅਰ ਬਾਕਸ ਦਾ ਕੰਮ ਕੀ ਹੋ ਗਿਆ,
ਗੀਅਰ ਬਾਕਸ ਕਿਉਂ ਲਗਾਉਣਾ ਪਿਆ? ਤਾਂ ਜੋ ਆਪਾਂ ਸਪੀਡ ਨੂੰ ਘਟਾ ਵਧਾ ਸਕੀਏ ਅਕੋਰਡਿੰਗ ਟੂ ਰੋਡ ਕੰਡੀਸ਼ਨ, ਅਕੋਰਡਿੰਗ ਟੂ ਅਦਰਸ ਕੰਡੀਸ਼ਨ ਜਿਹੜੀਆਂ ਕਿ ਰੋਡ ਨੂੰ ਚਲਾਉਣ ਦੇ ਵਿੱਚ ਹੈਲਪ ਕਰਦੀਆਂ, ਵਹੀਕਲ ਨੂੰ ਮੂਵ ਕਰਨ 'ਚ ਹੈਲਪ ਕਰਦੀਆਂ। ਕਲੱਚ ਹੋ ਗਿਆ, ਗੀਅਰ ਬਾਕਸ ਹੋ ਗਿਆ। ਹੁਣ ਤੀਜਾ ਨੰਬਰ ਇਨ ਦੀ ਰੀਅਰ ਵੀਲ ਡਰਾਈਵ। ਕਹਿੰਦੇ ਜਿਹੜੀ ਗੱਡੀਆਂ ਰੀਅਰ ਵੀਲ ਡਰਾਈਵ ਹੋਣਗੀਆਂ ਉਹਨਾਂ ਦੇ ਵਿੱਚ ਪਾਵਰ ਜਿਹੜੀ ਹੈ ਉਹ ਫਰੰਟ ਸਾਈਡ ਤੋਂ ਰੀਅਰ ਸਾਈਡ ਵੱਲ ਜਾਣੀ ਹੈ। ਇੰਜਨ ਫਰੰਟ 'ਤੇ ਪਿਆ, ਉੱਥੋਂ ਪਾਵਰ ਚੱਲ ਕੇ ਰੀਅਰ ਸਾਈਡ ਵੱਲ ਜਾਣੀ ਹੈ, ਰੀਅਰ ਐਕਸਲ ਵੱਲ ਜਾਣੀ ਹੈ, ਪਿੱਛੇ ਵੱਲ ਜਾਣੀ ਹੈ। ਹੁਣ ਪਿੱਛੇ ਡਿਫਰੈਂਸ਼ੀਅਲ ਲੱਗਾ, ਪ੍ਰੋਪੈਲਰ ਸ਼ਾਫਟ ਲੱਗੀ ਹੈ, ਯੂਨੀਵਰਸਲ ਜੁਆਇੰਟ ਲੱਗੇ ਨੇ। ਉਹ ਕਹਿੰਦੇ ਦੇਅਰ ਸ਼ੁੱਡ ਬੀ ਸੱਚ ਜੁਆਇੰਟ ਬਿਟਵੀਨ ਸ਼ਾਫਟ ਵਿਚ ਕੈਨ ਟਰਾਂਸਫਰ ਪਾਵਰ ਟੂ ਸ਼ਾਫਟ ਐਟ ਡਿਫਰੈਂਟ ਐਂਗਲ ਆਫ ਐਕਸਿਸ। ਇੰਜਨ ਉੱਚਾ ਪਿਆ, ਡਿਫਰੈਂਸ਼ੀਅਲ ਨੀਵਾਂ ਹੈ, ਪ੍ਰੋਪੈਲਰ ਸ਼ਾਫਟ ਵਿੱਚ ਲੱਗੀ ਹੈ, ਉਹ ਕਿਸੇ ਐਂਗਲ 'ਤੇ ਲੱਗੀ ਹੈ, ਉਹਦੇ ਨਾਲ ਯੂਨੀਵਰਸਲ ਜੁਆਇੰਟ ਨੇ। ਠੀਕ ਹੈ, ਉਹ ਜਿਹੜੇ ਯੂਨੀਵਰਸਲ ਜੁਆਇੰਟ ਨੇ ਉਹ ਕੀ ਕਰਦੇ ਨੇ? ਹੁਣ ਗੱਲ ਆਉਂਦੀ ਵੀ ਯੂਨੀਵਰਸਲ ਜੁਆਇੰਟ ਦੀ। ਯੂਨੀਵਰਸਲ ਜੁਆਇੰਟ ਕੀ ਕਰਦੇ ਨੇ? ਯੂਨੀਵਰਸਲ ਜੁਆਇੰਟ ਨਾ ਕਿਸੇ ਵੀ ਐਂਗਲ 'ਤੇ ਪਾਵਰ ਨੂੰ ਟਰਾਂਸਮਿਟ ਕਰਾਉਣ ਦੇ ਵਿੱਚ ਹੈਲਪ ਕਰਦੇ ਨੇ। ਮਤਲਬ ਪਾਵਰ ਜਿਹੜੀ ਹੈ ਉਹ ਕਿਸੇ ਵੀ ਐਂਗਲ 'ਤੇ ਟਰਾਂਸਮਿਟ ਜਿਹੜੀ ਹੈ ਉਹ ਕਰਵਾਈ ਜਾ ਸਕਦੀ ਹੈ। ਜਿਹੜੀ ਯੂਨੀਵਰਸਲ ਜੁਆਇੰਟ ਹੈ ਉਹਦਾ ਕੰਮ ਕੀ ਹੈ? ਕਿਸੇ ਵੀ ਐਂਗਲ 'ਤੇ ਪਾਵਰ ਨੂੰ ਟਰਾਂਸਮਿਟ ਕਰਨਾ। ਠੀਕ ਹੈ ਜੀ। ਇਹਨਾਂ ਨੇ ਇਹੀ ਕਿਹਾ ਵੀ ਰੀਅਰ ਵੀਲ ਡਰਾਈਵ ਦੇ ਵਿੱਚ ਜਿਹੜੀ ਪਾਵਰ ਟਰਾਂਸਮਿਟ ਹੋਣੀ ਹੈ ਉਹ ਫਰੰਟ ਐਂਡ ਤੋਂ ਰੀਅਰ ਐਂਡ ਤੱਕ ਹੋਣੀ ਹੈ, ਐਕਸਲ ਤੱਕ ਹੋਣੀ ਹੈ, ਡਿਫਰੈਂਸ਼ੀਅਲ ਤੱਕ ਹੋਣੀ ਹੈ। ਇਸ ਕਰਕੇ ਸ਼ਾਫਟਾਂ ਜਿਹੜੀ ਆਪਾਂ ਯੂਜ਼ ਕਰਦੇ ਪਏ ਹਾਂ, ਪ੍ਰੋਪੈਲਰ ਸ਼ਾਫਟ ਯੂਜ਼ ਕਰਦੇ ਪਏ ਹਾਂ, ਉਹਨਾਂ ਨੂੰ ਜਦੋਂ ਆਪਾਂ ਜੁਆਇੰਟ ਕੀਤਾ, ਉਹਨੂੰ ਜੁਆਇੰਟ ਕਰਤਾ ਗੀਅਰ ਬਾਕਸ ਦੇ ਨਾਲ ਅਤੇ ਡਿਫਰੈਂਸ਼ੀਅਲ ਦੇ ਨਾਲ। ਉਹ ਜਿਹੜੇ ਜੁਆਇੰਟ ਆਪਾਂ ਲਗਾਏ ਨਾ, ਉਹ ਜੁਆਇੰਟ ਜਿਹੜੇ ਹੋਣੇ ਚਾਹੀਦੇ ਨੇ ਉਹ ਕਿਸੇ ਵੀ ਐਂਗਲ 'ਤੇ ਪਾਵਰ ਨੂੰ ਟਰਾਂਸਮਿਟ ਕਰ ਦੇਣ। ਇਹ ਨਹੀਂ ਵੀ ਮੰਨ ਲਓ ਇੰਜਨ ਉੱਪਰ ਹੈ, ਪ੍ਰੋਪੈਲਰ ਸ਼ਾਫਟ ਨੀਚੇ ਵੇ, ਪਾਵਰ ਹੀ ਨਹੀਂ ਟਰਾਂਸਮਿਟ ਹੋਣੀ। ਥੋੜ੍ਹੀ ਬਹੁਤੀ ਜਿਹੜੀ ਵੇਰੀਏਸ਼ਨ ਹੈ ਐਂਗਲ ਦੀ ਉਹ ਹੋਣੀ ਚਾਹੀਦੀ ਹੈ। ਇਸ ਕਰਕੇ ਆਪਾਂ ਜਿਹੜਾ ਜੁਆਇੰਟ ਯੂਜ਼ ਕਰਦੇ ਹਾਂ ਉਹ ਯੂਨੀਵਰਸਲ ਜੁਆਇੰਟ ਯੂਜ਼ ਕਰਦੇ ਹਾਂ। ਯੂਨੀਵਰਸਲ ਜੁਆਇੰਟ ਕਾਹਦੇ 'ਚ ਹੈਲਪ ਕਰਦਾ ਹੈ? ਪਾਵਰ ਨੂੰ ਐਂਗਲ 'ਤੇ ਟਰਾਂਸਮਿਟ ਕਰਾਉਣ ਦੀ ਹੈਲਪ ਕਰਦਾ ਹੈ ਯੂਨੀਵਰਸਲ ਜੁਆਇੰਟ। ਫੋਰਥ ਪੁਆਇੰਟ ਕੀ ਕਹਿੰਦੇ ਹੋ? ਚੌਥੇ ਪੁਆਇੰਟ 'ਚੋਂ ਕੀ ਕਹਿੰਦੇ ਨੇ? ਏ ਸ਼ਾਫਟ ਇਜ਼ ਨੀਡਿਡ ਟੂ ਟਰਾਂਸਮਿਟ ਪਾਵਰ ਫਰੋਮ ਦੀ ਯੂਨੀਵਰਸਲ ਜੁਆਇੰਟ ਟੂ ਦੀ ਰੀਅਰ, ਦਿਸ ਸ਼ਾਫਟ ਇਜ਼ ਕਾਲਡ ਪ੍ਰੋਪੈਲਰ ਸ਼ਾਫਟ। ਇੰਜਨ ਅੱਗੇ ਪਿਆ, ਡਿਫਰੈਂਸ਼ੀਅਲ ਪਿੱਛੇ ਵੇ। ਹੁਣ ਪਾਵਰ ਜਿਹੜੀ ਟਰਾਂਸਮਿਟ ਕਰਾਉਣੀ ਉਹ ਕਿਸੇ ਸ਼ਾਫਟ ਦੇ ਰਾਹੀਂ ਆਪਾਂ ਪਾਵਰ ਟਰਾਂਸਮਿਟ ਕਰਾਵਾਂਗੇ, ਕਿਸੇ ਰੋਡ ਦੇ ਰਾਹੀਂ ਪਾਵਰ ਟਰਾਂਸਮਿਟ ਕਰਾਵਾਂਗੇ। ਉਹ ਜਿਹੜੀ ਰੋਡ, ਉਹ ਜਿਹੜੀ ਸ਼ਾਫਟ ਅਸੀਂ ਯੂਜ਼ ਕਰਾਂਗੇ ਉਹਨੂੰ ਅਸੀਂ ਕਹਿੰਦੇ ਹਾਂ ਜੀ ਪ੍ਰੋਪੈਲਰ ਸ਼ਾਫਟ। ਪ੍ਰੋਪੈਲਰ ਸ਼ਾਫਟ ਦਾ ਕੰਮ ਕੀ ਹੈ? ਜਿਹੜੀ ਇੰਜਨ ਦੀ ਪਾਵਰ ਹੈ ਉਹਨੂੰ ਅਸੀਂ ਡਿਫਰੈਂਸ਼ੀਅਲ ਤੱਕ ਕਿੱਦਾਂ ਪਹੁੰਚਾਉਣਾ ਹੈ, ਉਹਦੇ ਲਈ ਅਸੀਂ ਜਿਹੜੀ ਚੀਜ਼ ਯੂਜ਼ ਕੀਤੀ ਉਹ ਬਣ ਗਈ ਪ੍ਰੋਪੈਲਰ ਸ਼ਾਫਟ। ਨੈਕਸਟ ਪੰਜਵਾਂ ਪੁਆਇੰਟ, since the axis of rear axle is at right angles to the axis of propeller shaft, so a mechanism is required for this purpose which is called differential। ਮੰਨ ਲਓ ਪ੍ਰੋਪੈਲਰ ਸ਼ਾਫਟ ਇਸ ਤਰ੍ਹਾਂ, ਇੱਥੇ ਇੰਜਨ ਪਿਆ, ਫਰੰਟ ਸਾਈਡ 'ਤੇ ਇੰਜਨ ਪਿਆ। ਠੀਕ ਹੈ, ਇੰਜਨ ਨੇ ਪਾਵਰ ਪੈਦਾ ਕੀਤੀ, ਉਹ ਪਾਵਰ ਅਸੀਂ ਪ੍ਰੋਪੈਲਰ ਸ਼ਾਫਟ ਦੀ ਮਦਦ ਦੇ ਨਾਲ ਪਿੱਛੇ ਪਹੁੰਚਾਤੀ। ਪਾਵਰ ਪਿੱਛੇ ਪਹੁੰਚ ਗਈ। ਪਿੱਛੇ ਹੁਣ ਕੀ ਹੈ? ਜਿਹੜੇ ਵੀਲ ਲੱਗੇ ਨੇ ਉਹਦੇ 90 ਡਿਗਰੀ 'ਤੇ ਲੱਗੇ ਨੇ। ਪ੍ਰੋਪੈਲਰ ਸ਼ਾਫਟ ਜਿਹੜੀ ਹੈ ਉਹ ਸਟਰੇਟ ਹੈ ਅਤੇ ਜਿਹੜੇ ਵੀਲ ਲੱਗੇ ਨੇ ਉਹਦੇ 90 ਡਿਗਰੀ 'ਤੇ ਲੱਗੇ ਨੇ। ਹੁਣ ਜਿਹੜੀ ਪਾਵਰ ਅੱਗੋਂ ਪਿੱਛੇ ਚਲੀ ਗਈ, ਹੁਣ ਉਹ ਪਿੱਛੋਂ 90 ਡਿਗਰੀ 'ਤੇ ਕਿੱਦਾਂ ਟਰਨ ਕਰਾਉਣੀ ਹੈ? 90 ਡਿਗਰੀ 'ਤੇ ਰਾਈਟ ਐਂਗਲ 'ਤੇ ਟਰਨ ਕਰਾਉਣ ਦੇ ਲਈ ਉਹਨਾਂ ਨੇ ਇੱਕ ਮਕੈਨਿਜ਼ਮ ਯੂਜ਼ ਕੀਤਾ। ਉਸ ਮਕੈਨਿਜ਼ਮ ਦਾ ਅਸੀਂ ਨਾਮ ਰੱਖਿਆ ਡਿਫਰੈਂਸ਼ੀਅਲ। ਠੀਕ ਹੈ ਜੀ। ਡਿਫਰੈਂਸ਼ੀਅਲ ਦਾ ਕੰਮ ਕੀ ਹੈ? ਵੀ ਜਿਹੜੀ ਪਾਵਰ ਪ੍ਰੋਪੈਲਰ ਸ਼ਾਫਟ ਦੇ ਰਾਹੀਂ ਆਈ, ਉਸ ਪਾਵਰ ਨੂੰ ਰਾਈਟ ਅਤੇ ਲੈਫਟ ਵੀਲ ਵੱਲ, ਰੀਅਰ ਵੀਲਸ ਵੱਲ ਕਿੱਦਾਂ ਟਰਾਂਸਮਿਟ ਕਰਾਉਣਾ ਹੈ, ਉਹਦੇ ਲਈ ਅਸੀਂ ਜਿਹੜੀ ਚੀਜ਼ ਯੂਜ਼ ਕੀਤੀ ਉਹਨੂੰ ਅਸੀਂ ਕਹਿ ਦਿੱਤਾ ਡਿਫਰੈਂਸ਼ੀਅਲ। Since the axis of rear axle is at right angles to the axis of propeller shaft, so a mechanism is required for this purpose which is called differential। ਡਿਫਰੈਂਸ਼ੀਅਲ ਇੱਕ ਇੱਦਾਂ ਦਾ ਕੰਪੋਨੈਂਟ ਹੈ ਜਿਹੜਾ ਪਾਵਰ ਨੂੰ 90 ਡਿਗਰੀ 'ਤੇ ਰਾਈਟ ਐਂਗਲ 'ਤੇ ਟਰਾਂਸਮਿਟ ਕਰਨ 'ਚ ਹੈਲਪ ਕਰਦਾ ਹੈ। ਸਿਕਸਥ ਪੁਆਇੰਟ, the end requirement of the transmission system is axle which takes power from differential and transmit it to the wheels mounted on the axle। ਕਹਿੰਦੇ ਪ੍ਰੋਪੈਲਰ ਸ਼ਾਫਟ ਨੇ ਪਿੱਛੇ ਡਿਫਰੈਂਸ਼ੀਅਲ ਤੱਕ ਪਾਵਰ ਪਹੁੰਚਾਤੀ, ਡਿਫਰੈਂਸ਼ੀਅਲ ਨੇ ਉਸ ਪਾਵਰ ਨੂੰ 90 ਡਿਗਰੀ 'ਚ ਡਿਵਾਈਡ ਵੀ ਕਰਤਾ, ਬਟ ਜਦੋਂ 90 ਡਿਗਰੀ 'ਚ ਡਿਵਾਈਡ ਕੀਤਾ ਫਿਰ ਟਾਇਰਾਂ ਤੱਕ ਪਾਵਰ ਕਿੱਦਾਂ ਪਹੁੰਚੀ? ਠੀਕ ਹੈ, ਡਿਫਰੈਂਸ਼ੀਅਲ ਤੋਂ ਵੀਲ ਤੱਕ ਪਾਵਰ ਪਹੁੰਚਾਉਣ ਦੇ ਲਈ, ਡਿਫਰੈਂਸ਼ੀਅਲ ਤੋਂ ਟਾਇਰ ਤੱਕ ਪਾਵਰ ਪਹੁੰਚਾਉਣ ਦੇ ਲਈ ਜਿਹੜੀ ਚੀਜ਼ ਦਾ ਇਸਤੇਮਾਲ ਕੀਤਾ ਗਿਆ, ਜਿਹੜੀ ਰੋਡ ਦਾ ਇਸਤੇਮਾਲ ਕੀਤਾ ਗਿਆ, ਉਹਨੂੰ ਅਸੀਂ ਕਹਿੰਦੇ ਹਾਂ ਐਕਸਲ। ਐਕਸਲ ਦੀ ਮਦਦ ਦੇ ਨਾਲ ਡਿਫਰੈਂਸ਼ੀਅਲ ਦੀ ਪਾਵਰ ਜਿਹੜੀ ਹੈ
ਉਹ ਵੀਲਸ ਤੱਕ ਪਹੁੰਚੀ। 2 ਵੀਲ ਸੀਗੇ ਰੀਅਰ ਸਾਈਡ 'ਤੇ, ਦੋਨੋਂ ਵੀਲਸ ਤੱਕ ਪਾਵਰ ਪਹੁੰਚਾਉਣ ਦੇ ਲਈ ਅਸੀਂ ਐਕਸਲਸ ਦਾ ਇਸਤੇਮਾਲ ਕੀਤਾ। ਉਹ ਜਿਹੜੇ ਐਕਸਲ ਅਸੀਂ ਯੂਜ਼ ਕੀਤੇ, ਉਸ ਐਕਸਲ ਦਾ ਕੰਮ ਕੀ ਸੀਗਾ ਵੀ ਡਿਫਰੈਂਸ਼ੀਅਲ ਤੋਂ ਪਾਵਰ ਲੈ ਕੇ 90 ਡਿਗਰੀ 'ਤੇ ਉਹਨੂੰ ਟਰਾਂਸਮਿਟ ਕਰਾਉਣਾ। 7th point, if there is 4-wheel drive, a transfer box is also needed to transmit power in the opposite direction, that is front wheels and rear wheels। ਕਹਿੰਦੇ ਜੇ ਆਪਾਂ 4-wheel drive ਗੱਡੀ ਯੂਜ਼ ਕਰਦੇ ਪਏ ਹਾਂ, 4x4 ਗੱਡੀ ਯੂਜ਼ ਕਰਦੇ ਪਏ ਹਾਂ, ਅਤੇ ਉਹਦੇ ਲਈ ਸਾਨੂੰ ਕੀ ਚਾਹੀਦਾ ਹੈ, ਇੱਕ ਟਰਾਂਸਫਰ ਬਾਕਸ ਵੀ ਚਾਹੀਦਾ ਹੋਏਗਾ ਜਿਹੜਾ ਪਾਵਰ ਨੂੰ ਅੱਗੇ ਅਤੇ ਪਾਵਰ ਨੂੰ ਪਿੱਛੇ, ਯਾਨੀ ਕਿ ਪਾਵਰ ਨੂੰ ਦੋਨੋਂ ਡਾਇਰੈਕਸ਼ਨਸ ਦੇ ਵਿੱਚ ਟਰਾਂਸਮਿਟ ਕਰਾਉਣ ਦੇ ਵਿੱਚ ਹੈਲਪ ਕਰੇਗਾ। ਉਹ ਕਿਹਦੀ ਮਦਦ ਦੇ ਨਾਲ ਪੋਸੀਬਲ ਹੈ, ਸਿਰਫ ਅਤੇ ਸਿਰਫ ਟਰਾਂਸਫਰ ਬਾਕਸ ਦੀ ਮਦਦ ਦੇ ਨਾਲ। ਟਰਾਂਸਫਰ ਬਾਕਸ ਅਸੀਂ ਯੂਜ਼ ਕਰਦੇ ਹਾਂ ਸਿਰਫ 4x4 ਵਹੀਕਲਸ ਦੇ ਵਿੱਚ। ਉਹਦੇ ਲਈ ਆਪਾਂ ਨੂੰ ਪਾਵਰ ਜਿਹੜੀ ਹੈ ਉਹ ਫਰੰਟ ਡਾਇਰੈਕਸ਼ਨ ਅਤੇ ਉਹਦੇ ਤੋਂ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ, ਯਾਨੀ ਕਿ ਫਰੰਟ ਵੀਲਸ ਅਤੇ ਰੀਅਰ ਵੀਲਸ ਦੋਨਾਂ ਵੱਲ ਅਸੀਂ ਪਾਵਰ ਨੂੰ ਟਰਾਂਸਮਿਟ ਕਰਾ ਸਕਦੇ ਹਾਂ। ਇਹ ਸੀਗੇ ਤੁਹਾਡੀ ਰਿਕੁਆਇਰਮੈਂਟਸ ਆਫ ਟਰਾਂਸਮਿਸ਼ਨ ਸਿਸਟਮ। ਹੁਣ ਅਸੀਂ ਗੱਲ ਕਰਦੇ ਹਾਂ ਫੰਕਸ਼ਨਸ ਆਫ ਟਰਾਂਸਮਿਸ਼ਨ ਸਿਸਟਮ। ਬਈ ਕੰਮ ਕੀ ਨੇ, ਜਿਹੜੇ ਅਸੀਂ ਪਾਰਟ ਪੜ੍ਹੇ ਨੇ ਇਹਨਾਂ ਦੇ ਕੰਮ ਕੀ ਕੀ ਨੇ। ਸਭ ਤੋਂ ਪਹਿਲੇ ਆਪਾਂ ਕੀ ਫੰਕਸ਼ਨ ਹੈ ਟਰਾਂਸਮਿਸ਼ਨ ਸਿਸਟਮ ਦਾ, ਇਟ ਪ੍ਰੋਵਾਈਡ ਮੀਨਸ ਆਫ ਸਮੂਥ ਅੰਗੇਜਮੈਂਟ ਐਂਡ ਡਿਸਅੰਗੇਜਮੈਂਟ ਬਿਟਵੀਨ ਇੰਜਨ ਕਰੈਂਕਸ਼ਾਫਟ ਐਂਡ ਦੀ ਰਿਮੇਨਿੰਗ ਟਰਾਂਸਮਿਸ਼ਨ ਸਿਸਟਮ। ਜਿਹੜੀ ਇੰਜਨ ਦੀ ਕਰੈਂਕਸ਼ਾਫਟ ਹੈ ਅਤੇ ਜਿਹੜੇ ਬਾਕੀ ਰਿਮੇਨਿੰਗ ਸਿਸਟਮ ਨੇ ਉਹਨਾਂ ਦੇ ਵਿੱਚ ਜਿਹੜੀ ਅੰਗੇਜਮੈਂਟ ਹੈ ਉਹ ਸਮੂਥ ਹੋਵੇ, ਸਮੂਥਲੀ ਉਹ ਇੱਕ ਦੂਜੇ ਨਾਲ ਅੰਗੇਜ ਅਤੇ ਡਿਸਅੰਗੇਜ ਕਰ ਜਾਣ। ਉਹਦੇ ਲਈ ਆਪਾਂ ਜਿਹੜੀ ਚੀਜ਼ ਦਾ ਇਸਤੇਮਾਲ ਕਰਦੇ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਟਰਾਂਸਮਿਸ਼ਨ ਸਿਸਟਮ। ਠੀਕ ਹੈ ਜੀ। ਟਰਾਂਸਮਿਸ਼ਨ ਸਿਸਟਮ ਦਾ ਇੱਕ ਪਾਰਟ ਹੈ ਕਲਚ। ਕਲਚ ਕੀ ਕਰਦਾ ਹੈ, ਪਾਵਰ ਨੂੰ, ਇੰਜਨ ਦੀ ਪਾਵਰ ਨੂੰ ਬਾਕੀ ਟਰਾਂਸਮਿਸ਼ਨ ਸਿਸਟਮ ਦੇ ਨਾਲ ਅੰਗੇਜ ਅਤੇ ਡਿਸਅੰਗੇਜ ਕਰਵਾਉਣ ਦੇ ਵਿੱਚ ਹੈਲਪ ਕਰਦਾ ਹੈ। ਮਤਲਬ ਸਮੂਥ ਅੰਗੇਜਮੈਂਟ ਜਿਹੜੀ ਹੈ ਉਹ ਕਰਵਾਉਣ ਦੇ ਵਿੱਚ ਹੈਲਪ ਕਰਦਾ ਹੈ। ਉਹਦੇ ਲਈ ਅਸੀਂ ਕੀ ਯੂਜ਼ ਕਰਦੇ ਹਾਂ, ਟਰਾਂਸਮਿਸ਼ਨ ਸਿਸਟਮ। ਇਟ ਹੈਲਪਸ ਇਨ ਚੇਂਜਿੰਗ ਸਪੀਡ ਆਫ ਡਰਾਈਵ ਵੀਲਸ ਐਂਡ ਦੇਅਰ ਬਾਏ ਵਹੀਕਲ। ਆਪਣੀ ਜਿਹੜੀ ਵਹੀਕਲ ਦੀ ਸਪੀਡ ਹੈ ਉਹਨੂੰ ਕਿੱਦਾਂ ਚੇਂਜ ਕਰਨਾ ਹੈ, ਅਸੀਂ ਉਹਨੂੰ ਕਿੱਦਾਂ ਅਸੀਂ ਘਟਾਉਣਾ ਹੈ, ਉਹਨੂੰ ਕਿੱਦਾਂ ਅਸੀਂ ਵਧਾਉਣਾ ਹੈ, ਉਹਦੇ ਲਈ ਅਸੀਂ ਜਿਹੜਾ ਸਿਸਟਮ ਯੂਜ਼ ਕਰਦੇ ਪਏ ਹਾਂ ਉਹਦੇ ਲਈ ਆਪਾਂ ਗੀਅਰ ਬਾਕਸ ਯੂਜ਼ ਕਰਦੇ ਹਾਂ। ਵੀ ਮਤਲਬ ਜਿਹੜੀ ਡਰਾਈਵ ਵੀਲਸ ਦੀ ਸਪੀਡ ਹੈ ਉਹਨੂੰ ਅਸੀਂ ਕਿੱਦਾਂ ਚੇਂਜ ਕਰਨਾ ਹੈ, ਉਹਦੇ ਲਈ ਅਸੀਂ ਕੀ ਯੂਜ਼ ਕਰਦੇ ਹਾਂ, ਗੀਅਰ ਬਾਕਸ ਯੂਜ਼ ਕਰਦੇ ਹਾਂ। ਉਹ ਵੀ ਟਰਾਂਸਮਿਸ਼ਨ ਦਾ ਇੱਕ ਪਾਰਟ ਹੈ। ਇਸ ਤਰ੍ਹਾਂ ਆਪਾਂ ਵਹੀਕਲ ਦੀ ਸਪੀਡ ਨੂੰ ਘਟਾ ਵਧਾ ਸਕਦੇ ਹਾਂ। 2 ਫੰਕਸ਼ਨ ਆਪਾਂ ਪੜ੍ਹ ਲਏ ਟਰਾਂਸਮਿਸ਼ਨ ਸਿਸਟਮ ਦੇ। ਪਹਿਲਾ ਕੀ ਆ ਗਿਆ ਵੀ ਜਿਹੜੀ ਅੰਗੇਜਮੈਂਟ ਹੈ, ਕਲੱਚ ਜਿਹੜੀ ਉਹਨੂੰ ਸਮੂਥ ਅੰਗੇਜਮੈਂਟ ਦੇ ਲਈ ਯੂਜ਼ ਕਰਦੇ ਪਏ ਹਾਂ। ਦੂਜਾ ਸਪੀਡ ਨੂੰ ਘਟਾਉਣ ਵਧਾਉਣ ਦੇ ਲਈ ਅਸੀਂ ਗੀਅਰ ਬਾਕਸ ਦਾ ਇਸਤੇਮਾਲ ਕਰਦੇ ਪਏ ਹਾਂ। ਤੀਜਾ ਪੁਆਇੰਟ, ਇਟ ਹੈਲਪਸ ਇਨ ਰਿਵਰਸਿੰਗ ਦੀ ਡਾਇਰੈਕਸ਼ਨ ਆਫ ਡਰਾਈਵ ਵੀਲਸ ਫॉर ਰਿਵਰਸਿੰਗ ਦੀ ਵਹੀਕਲ। ਜੇਕਰ ਆਪਾਂ ਆਪਣੇ ਵਹੀਕਲ ਨੂੰ ਰਿਵਰਸ ਚਲਾਉਣਾ ਚਾਹੁੰਦੇ ਹਾਂ, ਬੈਕ ਗੀਅਰ 'ਚ ਬੈਕ ਸਾਈਡ 'ਤੇ ਮੂਵ ਕਰਨਾ ਚਾਹੁੰਦੇ ਹਾਂ, ਅਤੇ ਉਹਦੇ ਲਈ ਵੀ ਗੀਅਰ ਬਾਕਸ ਦੇ ਵਿੱਚ ਇੱਕ ਪ੍ਰੋਵੀਜ਼ਨ ਪ੍ਰੋਵਾਈਡ ਕੀਤੀ ਗਈ ਹੈ ਜਿਹਨੂੰ ਅਸੀਂ ਰਿਵਰਸ ਗੀਅਰ ਕਹਿੰਦੇ ਹਾਂ। ਰਿਵਰਸਿੰਗ ਜਿਹੜੀ ਹੈ ਵਹੀਕਲ ਦੀ ਉਹ ਵੀ ਤਾਂ ਪੋਸੀਬਲ ਹੈ ਜੇਕਰ ਅਸੀਂ ਯੂਜ਼ ਕਰਦੇ ਪਏ ਹਾਂ ਆਪਣਾ ਗੀਅਰ ਬਾਕਸ ਵਿੱਚ ਰਿਵਰਸ ਗੀਅਰ ਯੂਜ਼ ਕਰਦੇ ਪਏ ਹਾਂ, ਤਾਂ ਹੀ ਰਿਵਰਸਿੰਗ ਜਿਹੜੀ ਹੈ ਉਹ ਪੋਸੀਬਲ ਹੈ। ਸੋ ਟਰਾਂਸਮਿਸ਼ਨ ਸਿਸਟਮ ਦਾ ਇੱਕ ਫਾਇਦਾ ਹੋਰ ਹੋ ਗਿਆ ਵੀ ਟਰਾਂਸਮਿਸ਼ਨ ਸਿਸਟਮ ਦੇ ਨਾਲ ਆਪਾਂ ਆਪਣੇ ਵਹੀਕਲ ਨੂੰ ਰਿਵਰਸ ਡਾਇਰੈਕਸ਼ਨ 'ਚ ਵੀ ਚਲਾ ਸਕਦੇ ਹਾਂ। ਪਹਿਲਾ ਐਡਵਾਂਟੇਜ ਕੀ ਸੀਗਾ ਵੀ ਅੰਗੇਜਮੈਂਟ ਸਮੂਥ ਹੋ ਗਈ ਪਾਵਰ ਦੀ। ਦੂਜਾ ਕੀ ਹੋ ਗਿਆ, ਆਪਾਂ ਆਪਣੀ ਸਪੀਡ ਨੂੰ ਘਟਾ ਵਧਾ ਸਕਦੇ ਸੀਗੇ ਵਹੀਕਲ ਦੀ। ਤੀਜਾ ਐਡਵਾਂਟੇਜ ਕੀ ਹੋ ਗਿਆ, ਆਪਾਂ ਆਪਣੇ ਵਹੀਕਲ ਨੂੰ ਰਿਵਰਸ ਡਾਇਰੈਕਸ਼ਨ 'ਚ ਵੀ ਚਲਾ ਸਕਦੇ ਹਾਂ। ਇਟ ਡਿਵਰਟਸ ਦੀ ਪਾਵਰ ਫਲੋ ਇਨ ਓਪੋਜ਼ਿਟ ਡਾਇਰੈਕਸ਼ਨ। ਚੌਥਾ ਐਡਵਾਂਟੇਜ ਕੀ ਹੈ, ਚੌਥਾ ਫੰਕਸ਼ਨ ਕੀ ਹੈ ਟਰਾਂਸਮਿਸ਼ਨ ਸਿਸਟਮ ਦਾ, ਵੀ ਪਾਵਰ ਨੂੰ ਅਸੀਂ ਓਪੋਜ਼ਿਟ ਡਾਇਰੈਕਸ਼ਨ 'ਚ ਵੀ ਭੇਜ ਸਕਦੇ ਹਾਂ। ਜਿੱਦਾਂ ਇੰਜਨ, ਕਲਚ, ਗੀਅਰ ਬਾਕਸ ਤੋਂ ਬਾਅਦ ਯੂਨੀਵਰਸਲ ਜੁਆਇੰਟ ਆਉਣਾ ਚਾਹੀਦਾ ਸੀਗਾ, ਬਟ ਜਦੋਂ ਆਪਾਂ ਗੀਅਰ ਬਾਕਸ ਤੋਂ ਬਾਅਦ ਟਰਾਂਸਫਰ ਬਾਕਸ ਲਗਾ ਦਿੱਤਾ ਨਾ, ਟਰਾਂਸਫਰ ਬਾਕਸ ਨੇ ਕੀ ਕੀਤਾ, ਪਾਵਰ ਨੂੰ ਪਿੱਛੇ ਵੀ ਭੇਜਿਆ, ਪਾਵਰ ਨੂੰ ਅੱਗੇ ਵੀ ਭੇਜਿਆ। ਮਤਲਬ ਚਾਰੋਂ ਪਾਸੇ, ਚਾਰੋਂ ਵੀਲ ਨੂੰ ਡਰਾਈਵ ਦੇਣ ਦੇ ਲਈ ਆਪਾਂ ਪ੍ਰੋਵੀਜ਼ਨ ਬਣਾ ਲਿਆ। ਉਹ ਪ੍ਰੋਵੀਜ਼ਨ ਕਿਹਦੇ ਕਰਕੇ ਬਣਿਆ, ਉਹ ਬਣਿਆ ਟਰਾਂਸਮਿਸ਼ਨ ਸਿਸਟਮ ਕਰਕੇ। 5th ਪੁਆਇੰਟ, ਇਟ ਟਰਾਂਸਮਿਟਸ ਦੀ ਪਾਵਰ ਬਿਟਵੀਨ ਦੀ ਸ਼ਾਫਟਸ ਹੈਵਿੰਗ ਐਕਸਿਸ ਐਟ ਡਿਫਰੈਂਟ ਐਂਗਲ ਵਿਦ ਫਲੈਕਸੀਬਿਲਿਟੀ। ਜਿਹੜਾ ਆਪਾਂ ਯੂਨੀਵਰਸਲ ਜੁਆਇੰਟ ਯੂਜ਼ ਕਰਦੇ ਪਏ ਸੀਗੇ ਉਹਨੇ ਸਾਡੀ ਕਾਹਦੇ 'ਚ ਮਦਦ ਕੀਤੀ ਵੀ ਕਿਸੇ ਵੀ ਐਂਗਲ 'ਤੇ ਮੰਨ ਲਓ ਪਾਵਰ ਟਰਾਂਸਮਿਟ ਕਰਾਉਣੀ ਅਸੀਂ, ਕੋਈ ਚੀਜ਼ ਐਂਗਲ 'ਤੇ ਪਈ ਹੈ, ਮਤਲਬ ਇੰਜਨ ਉੱਪਰ ਵੇ, ਪ੍ਰੋਪੈਲਰ ਸ਼ਾਫਟ ਥੋੜ੍ਹੀ ਨੀਵੀਂ ਹੈ, ਡਿਫਰੈਂਸ਼ੀਅਲ ਥੋੜ੍ਹਾ ਉੱਪਰ ਹੈ,
ਉਹਦੇ ਵਿੱਚ ਅਲੱਗ-ਅਲੱਗ ਐਂਗਲ ਹੋਣ ਕਰਕੇ ਅਸੀਂ ਪਾਵਰ ਜਿਹੜੀ ਟਰਾਂਸਮਿਟ ਕਰਾਈ ਉਹ ਕਿਸੇ ਵੀ ਐਂਗਲ 'ਤੇ ਟਰਾਂਸਮਿਟ ਕਰਾ ਸਕਦੇ ਹਾਂ। ਉਹਦੇ ਲਈ ਅਸੀਂ ਯੂਜ਼ ਕਰ ਲਿਆ ਯੂਨੀਵਰਸਲ ਜੁਆਇੰਟ। ਫਲੈਕਸੀਬਿਲਿਟੀ ਮਿਲ ਗਈ ਪਾਵਰ ਟਰਾਂਸਮਿਟ ਕਰਾਉਣ ਦੇ ਵਿੱਚ। ਇਹ 5th ਫੰਕਸ਼ਨ ਹੋ ਗਿਆ ਟਰਾਂਸਮਿਸ਼ਨ ਸਿਸਟਮ ਦਾ। 6th point, it diverts the power at right angles to the driving axle। ਡਿਫਰੈਂਸ਼ੀਅਲ ਦੀ ਮਦਦ ਦੇ ਨਾਲ ਅਸੀਂ ਉਸੇ ਪਾਵਰ ਨੂੰ 90 ਡਿਗਰੀ 'ਤੇ ਟਰਾਂਸਮਿਟ ਕਰਾ ਦਿੱਤਾ। ਡਿਫਰੈਂਸ਼ੀਅਲ ਨਾ ਹੁੰਦਾ ਤੇ ਅਸੀਂ 90 ਡਿਗਰੀ 'ਤੇ ਟਰਾਂਸਮਿਟ ਨਹੀਂ ਸੀ ਕਰ ਸਕਦੇ ਪਾਵਰ ਨੂੰ। ਇਸ ਕਰਕੇ ਡਿਫਰੈਂਸ਼ੀਅਲ ਦੀ ਮਦਦ ਦੇ ਨਾਲ ਅਸੀਂ ਪਾਵਰ ਨੂੰ 90 ਡਿਗਰੀ 'ਤੇ ਟਰਾਂਸਮਿਟ ਕਰਾ ਕੇ ਆਪਣੇ ਵਹੀਕਲ ਨੂੰ ਚਲਾਉਣਾ ਸ਼ੁਰੂ ਕਰਤਾ। ਇਟ ਅਲਾਉਜ਼ ਦੀ ਵਹੀਕਲ ਟੂ ਟੇਕ ਟਰਨ। ਟਰਾਂਸਮਿਸ਼ਨ ਸਿਸਟਮ ਕਰਕੇ ਹੀ ਆਪਾਂ ਵਹੀਕਲ ਨੂੰ ਮੋੜਨ ਜੋਗੇ ਹੋਏ, ਟਰਨ ਲੈਣ ਜੋਗੇ ਹੋਏ। ਜੇ ਟਰਾਂਸਮਿਸ਼ਨ ਸਿਸਟਮ ਨਾ ਹੁੰਦਾ ਸੀ ਵਹੀਕਲ ਨੂੰ ਮੋੜ ਨਹੀਂ ਸੀ ਸਕਦੇ। ਉਹ ਕਿੱਦਾਂ? ਜਿਹੜਾ ਡਿਫਰੈਂਸ਼ੀਅਲ ਹੈ ਨਾ, ਡਿਫਰੈਂਸ਼ੀਅਲ ਇਹ ਨਹੀਂ ਵੀ ਸਿਰਫ ਪਾਵਰ ਨੂੰ 90 ਡਿਗਰੀ 'ਤੇ ਟਰਾਂਸਮਿਟ ਕਰਦਾ ਪਿਆ, ਉਹ ਟਰਨ ਲੈਣ ਦੇ ਵਿੱਚ ਵੀ ਸਾਡੀ ਹੈਲਪ ਕਰਦਾ। ਟਰਨ ਲੈਣ ਦੇ ਵਿੱਚ ਸਾਡੀ ਹੈਲਪ ਕਿੱਦਾਂ ਕਰਦਾ? ਜਦੋਂ ਅਸੀਂ ਟਰਨ ਲੈਂਦੇ ਹਾਂ ਨਾ, ਜਦੋਂ ਅਸੀਂ ਮੋੜ ਕੱਢਦੇ ਹਾਂ, ਉਦੋਂ ਜਿਹੜੇ ਅੰਦਰ ਵਾਲੇ ਵੀਲਸ ਨੇ, ਇਨਸਾਈਡ ਵੀਲਸ ਨੇ, ਉਹਨਾਂ ਦੇ RPM ਘੱਟ ਹੁੰਦੇ ਨੇ, ਬਾਹਰ ਵਾਲੇ ਵੀਲਸ ਦੇ ਜਿਹੜੇ RPM ਨੇ ਉਹ ਵੱਧ ਜਾਂਦੇ ਨੇ। ਠੀਕ ਹੈ, ਉਹ ਹੁਣ ਸਾਰਾ ਕੰਟਰੋਲ ਕਿੰਨੇ ਕਰਨਾ? ਡਿਫਰੈਂਸ਼ੀਅਲ ਨੇ। ਜੇ ਕਿਤੇ ਐਦਾਂ ਨਾ ਹੋਵੇ ਨਾ ਕਿ ਸਾਡਾ ਵਹੀਕਲ ਪਲਟ ਜਾਵੇ। ਰਿਕਸ਼ਾ ਜਿਹੜਾ ਨਾ, ਰਿਕਸ਼ੇ ਦੇ ਵਿੱਚ ਡਿਫਰੈਂਸ਼ੀਅਲ ਨਹੀਂ ਹੁੰਦਾ। ਠੀਕ ਹੈ, ਇਹੀ ਕਾਰਨ ਹੈ ਰਿਕਸ਼ਾ ਇੱਕਦਮ ਜਦੋਂ ਆਪਾਂ ਰਿਕਸ਼ੇ 'ਤੇ ਇੱਕਦਮ ਟਰਨ ਲੈਣ ਦੀ ਕੋਸ਼ਿਸ਼ ਕਰਦੇ ਹਾਂ ਉਹ ਪਲਟ ਜਾਂਦਾ ਹੈ। ਠੀਕ ਹੈ, ਡਿਫਰੈਂਸ਼ੀਅਲ ਕਾਹਦੇ ਵਿੱਚ ਹੈਲਪ ਕਰਦਾ ਹੈ? ਬਈ ਵਹੀਕਲ ਨੂੰ 90 ਡਿਗਰੀ 'ਤੇ ਪਾਵਰ ਟਰਾਂਸਮਿਟ ਕਰਨ ਦੇ ਵਿੱਚ, ਦੂਜਾ ਟਰਨ ਲੈਣ ਦੇ ਵਿੱਚ। ਲਾਸਟਲੀ 8ਵਾਂ ਪੁਆਇੰਟ, ਇਟ ਹੈਲਪਸ ਦੀ ਵਹੀਕਲ ਟੂ ਰਨ। ਟਰਾਂਸਮਿਸ਼ਨ ਸਿਸਟਮ ਕਾਹਦੇ 'ਚ ਹੈਲਪ ਕਰਦਾ ਹੈ? ਵਹੀਕਲ ਨੂੰ ਰਨ ਕਰਾਉਣ ਦੇ ਵਿੱਚ, ਵਹੀਕਲ ਨੂੰ ਚਲਾਉਣ ਦੇ ਵਿੱਚ। ਜੇ ਟਰਾਂਸਮਿਸ਼ਨ ਸਿਸਟਮ ਕਿਸੇ ਗੱਡੀ ਦੇ ਵਿੱਚ ਨਹੀਂ ਹੋਏਗਾ ਤਾਂ ਉਹ ਗੱਡੀ ਜਿਹੜੀ ਹੈ ਉਹ ਨਹੀਂ ਚੱਲ ਸਕਦੀ। ਸੋ ਇਹ ਸੀਗਾ ਤੁਹਾਡਾ ਅੱਜ ਦਾ ਟੌਪਿਕ ਜਿਹਦੇ 'ਚ ਤੁਸੀਂ ਪੜ੍ਹਿਆ ਟਰਾਂਸਮਿਸ਼ਨ ਸਿਸਟਮ ਬਾਰੇ।